इत ऊतै छूटै सब किछ तुम ही ते होआ। आप बनत बनाई दर्शन भेटत साधका। नानक गुण गाई सब किछ तुम ही ते हुआ। आप बनत बनाई दर्शन भेटत साधका। नानक गुण गाई। वाहिगुरु जी का खालसा वाहिगुरु जी की फतेह। बिलावल महला पंजवां। पानी पखा पीस दास कै तब होहे निहाल। राज मिलख सिकदारियाँ अग्नि मह जाल। जुगों जुग अटल। शब्द गुरु बाणी के बोहित। धन धन साहिब श्री गुरु ग्रंथ साहब महाराज जी की पावन पवित्र हजूरी दे विच सवाईमान होए बैठे सतसंगी जनों, सतगुरां ने कृपा की है। अज दा पावन मुख वाक बिलावल राग दे विच शहीदां दे सरताज पिता निमरता दे पुंज प्रथक हर धन धन गुरु अर्जन देव जी महाराज जिन्हां दी पावन पवित्र रसना तो दरगाही बोलां दी आमद हुई है। ये पावन वचन पावन अंक 811 दे उत्ते दर्ज हैं। सतगुरु जी पावन शब्द दे राहीं दो पक्षां नूं बयान कर रहे हैं। एक पक्ष है भगती वाला ते दूजा पक्ष है माया वाला। इत्थे गुरु साहब जी आख रहे ने कि जिहड़े भगती दे मार्ग ते तुरन वाले लोग ने, सतगुरु कहन लगे कि उन्हां दी संगत च रहना चाहिए है। पर जिहड़े परमात्मा नालों टुटे हुए माया च गलतान ने ते उन्हां तों तैनूं दूर रहना चाहिए है। नहीं तो उन्हां दी वाली बिड़ती उन्हां दे कोल जिहड़ी कालक है वो कालक तैनूं भी लग जाएगी। इस तरह सतगुरु ने बचना राही कृपा की। संत जना का छोरा तिस चरनी लाग। हे भाई, भगतां दा नौकर होवे उसदे चरनी लगना चाहिए है। माया तारी छत्रपति तिन छोड़ो त्याग। माया तारी भावें कोई छत्रपति राजा होवे ते सतगुर आखन लगे मैं उसनूं छड्डण वास्ते तैयार हाँ। आओ कि जिहड़े संत ने भगत ने उन्हां दा कोई नौकर होवे सेवक होवे, मैं उहदी संगत विच रहण वास्ते तैयार हाँ। पर जिहड़े साकत ने मायाधारी ने उन्हां नूं मैं त्यागण दे विच खुशी महसूस करांगा अते भगतां दे नौकरां दी संगत विच रहने दे विच मैं आनंद जिहड़ा है वो महसूस करांगा। इस तरह गुरु साहब जी इत्थे समझा रहे हैं। पहले पदे विच गुरु महाराज ने आख्या पानी पखा पीस दास कै तब होहे निहाल। हे भाई, भगतां दे घर दे विच पानी ढोया कर, पखा चलिया कर, आटा पिया कर, ते की होएगा तब होए निहाल, तदों तू आनंद माणेगा।
ਤੂੰ ਨਿਹਾਲ ਹੋਵੇਂਗਾ। ਇਹ ਮਾਲਕ ਨੇ ਰਾਜ ਮਿਲਕ ਸਿਕਦਾਰੀਆਂ ਅਗਨੀ ਮੈਂ ਜਾਲ, ਹੈ ਭਰਾ ਇਸ ਦੁਨੀਆ ਦੀ ਹਕੂਮਤ ਮਿਲਕ ਕਹਿੰਦੇ ਨੇ ਜ਼ਮੀਨ ਦਾ ਮਾਲਕ ਹੋਣਾ, ਸਿਕਦਾਰੀਆਂ ਦਾ ਅਰਥ ਹੈ ਸਰਦਾਰੀਆਂ। ਆਖਣ ਲੱਗੇ ਇਹਨਾਂ ਨੂੰ ਅੱਗ ਦੇ ਵਿੱਚ ਸਾੜ ਦੇ, ਆਓ ਇਹਨਾਂ ਪਦਵੀਆਂ ਦਾ ਜਿਹੜਾ ਲਾਲਚ ਹੈ ਉਹ ਜੀਵਨ ਵਿੱਚੋਂ ਤਿਆਗ ਦੇ, ਕਿਉਂਕਿ ਇਹ ਜਿਹੜਾ ਲਾਲਚ ਹੈ ਮਨੁੱਖ ਨੂੰ ਸੁਖੀ ਨਹੀਂ ਰਹਿਣ ਦਿੰਦਾ। ਇਸ ਕਰਕੇ ਮਹਾਰਾਜ ਸਾਨੂੰ ਪ੍ਰੇਰਨਾ ਕਰ ਰਹੇ ਹਨ ਕਿ ਇਹ ਸੰਸਾਰ ਦੀਆਂ ਜਿਹੜੀਆਂ ਚੀਜ਼ਾਂ ਦੇ ਲਾਲਚ ਨੇ ਇਹਨਾਂ ਨੂੰ ਤਿਆਗ ਦੇ। ਅੱਗੇ ਬਚਨ ਕੀਤੇ ਸਾਹਿਬ ਜੀ ਨੇ, ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ। ਹੇ ਭਾਈ, ਪਰਮਾਤਮਾ ਦੇ ਭਗਤਾਂ ਦੇ ਘਰ ਦਾ ਰੁੱਖਾ ਸੁੱਖਾ ਭੋਜਨ ਵੀ ਉਹਦੇ ਵਿੱਚ ਸਾਰੇ ਹੀ ਖਜ਼ਾਨੇ ਹਨ, ਸਾਰੇ ਹੀ ਸੁੱਖ ਹਨ। ਗ੍ਰਹਿ ਸਾਕਤ 36 ਪ੍ਰਕਾਰ ਤੇ ਵਿਖੂ ਸਮਾਨ, ਪਰ ਸਾਕਤ ਮਨੁੱਖ ਦੇ ਘਰ ਵਿੱਚ, ਸਾਕਤ ਕਹਿੰਦੇ ਨੇ ਜਿਹੜਾ ਮਨੁੱਖ ਪਰਮੇਸ਼ਰ ਨਾਲੋਂ ਟੁੱਟਿਆ ਹੋਇਆ ਹੈ, ਉਸ ਮਨੁੱਖ ਦੇ ਘਰ ਦੇ ਵਿੱਚ 36 ਪ੍ਰਕਾਰ ਦੇ ਭੋਜਨ ਹੋਣ। ਸਾਧੂ ਕਹਿੰਦੇ ਨੇ ਉਹ ਜ਼ਹਿਰ ਦੀ ਨਿਆਈ ਨੇ ਵਿਖ ਦੇ ਸਮਾਨ ਹਨ। ਉਹ ਸਮਝ ਲੈ ਤੂੰ ਜ਼ਹਿਰ ਹੀ ਚੱਕ ਰਿਹਾ ਸਾਕਤ ਦੇ ਘਰ ਦਾ ਭੋਜਨ। ਪਰ ਭਗਤਾਂ ਦੇ ਘਰ ਆਖਣ ਲੱਗੇ ਰੁੱਖਾ ਭੋਜਨ ਵੀ ਪ੍ਰਾਪਤ ਹੋ ਜਾਏ, ਉਹਦੇ ਵਿੱਚ ਵੀ ਸਮਝ ਲੈ ਕਿ ਸਾਰੇ ਹੀ ਖਜ਼ਾਨੇ ਨੇ, ਸਾਰੇ ਸੁੱਖ ਨੇ। ਫਿਰ ਅਗਲੇ ਵਚਨ ਕੀਤੇ, ਭਗਤ ਜਨਾ ਕਾ ਲੂੰਗਰਾ ਓੜ ਨਗਨ ਨਾ ਹੋਈ। ਜਿਹੜੇ ਪਰਮਾਤਮਾ ਦੇ ਭਗਤ ਨੇ, ਰੱਬ ਦੇ ਪਿਆਰੇ ਨੇ, ਕਹਿੰਦੇ ਉਹਨਾਂ ਦੇ ਪਾਸੋਂ ਮਿਲਿਆ ਹੋਇਆ ਲੂੰਗਰਾ, ਪਾਟਾ ਹੋਇਆ ਕੰਬਲ, ਉਹਨਾਂ ਦੇ ਘਰੋਂ ਮਿਲਿਆ ਹੋਇਆ ਭੋਰਾ ਕੱਪੜਾ, ਭਾਵੇਂ ਉਹ ਕੱਪੜਾ ਭੁਰ ਰਿਹਾ ਹੋਵੇ, ਪੱਟ ਹੋਇਆ ਹੋਵੇ, ਅਤੇ ਜੇ ਉਸ ਪਾਟੇ ਹੋਏ ਕੱਪੜੇ ਨੂੰ ਤੂੰ ਪਾ ਲਵੇਂ, ਓੜ ਨਗਨ ਨਾ ਹੋਈ। ਉਸ ਕੰਬਲ ਨੂੰ ਜਾਂ ਉਸ ਕੱਪੜੇ ਨੂੰ ਓੜ ਕੇ ਪਾ ਕੇ ਕਹਿੰਦੇ ਨੰਗੇ ਹੋਣ ਦਾ ਖਤਰਾ ਨਹੀਂ ਰਹਿੰਦਾ, ਪਾਓ ਕਿ ਬੇਇੱਜ਼ਤ ਹੋਣ ਦਾ ਖਤਰਾ ਨਹੀਂ ਰਹਿੰਦਾ, ਇੱਜ਼ਤ ਬਣੀ ਰਹਿੰਦੀ ਹੈ। ਪਰ ਦੂਜੇ ਪਾਸੇ ਸਾਕਤ ਸਿਰ ਪਾਓ ਰੇਸ਼ਮੀ, ਸਾਕਤ ਦੇ ਘਰੋਂ ਰੱਬ ਨਾਲੋਂ ਟੁੱਟੇ ਹੋਏ ਮਨੁੱਖ ਦੇ ਘਰ ਦਾ ਭਾਵੇਂ ਰੇਸ਼ਮ ਦਾ ਕੱਪੜਾ ਹੋਵੇ, ਸਿਰ ਤੋਂ ਲੈ ਕੇ ਪੈਰਾਂ ਤੱਕ ਭਾਵੇਂ ਰੇਸ਼ਮ ਦਾ ਕੱਪੜਾ ਗ੍ਰਹਿਣ ਕਰ ਲਈਏ, ਪਹਿਰਤ ਪਦ ਹੋਈ, ਪਰ ਉਹਦੇ ਘਰ ਦਾ ਪਹਿਨਿਆ ਹੋਇਆ ਕੱਪੜਾ ਮਰ ਕਹਿੰਦੇ ਉਸਦੇ ਵਿੱਚ ਮਨੁੱਖ ਦੀ ਇੱਜ਼ਤ ਨਹੀਂ ਰਹਿੰਦੀ। ਇਸ ਕਰਕੇ ਅਗਲੇ ਵਚਨ ਕੀਤੇ ਮਹਾਰਾਜ ਨੇ, ਸਾਕਤ ਸਿਓ ਮੁਖ ਜੋਰੀ ਹੈ ਅਧ ਵਿੱਚੋਂ ਟੁੱਟਿਆ। ਜਿਹੜਾ ਮਨੁੱਖ ਪਰਮਾਤਮਾ ਨਾਲੋਂ ਟੁੱਟਿਆ ਹੋਇਆ, ਉਸ ਮਨੁੱਖ ਦੇ ਨਾਲ ਜੇ ਤੂੰ ਮੇਲ ਜੋਲ ਰੱਖੇਂਗਾ, ਉਹ ਕੀਤਾ ਹੋਇਆ ਜਿਹੜਾ ਮੇਲ ਜੋਲ ਹੈ ਉਹ ਅੱਧ ਵਿਚਕਾਰ ਟੁੱਟ ਜਾਏਗਾ, ਆਓ ਕਿ ਤੋੜ ਨਹੀਂ ਨਿਭਣਾ। ਸਾਕਤ ਮਨੁੱਖ ਦੇ ਨਾਲ ਬਣੀ ਹੋਈ ਦੋਸਤੀ, ਬਣਿਆ ਹੋਇਆ ਮੇਲ ਜੋਲ, ਸਤਿਗੁਰ ਪ੍ਰੇਰਨਾ ਕਰ ਰਹੇ ਹਨ ਕਿ ਇਹ ਅੱਧ ਵਿਚਕਾਰ ਤੋਂ ਹੀ ਟੁੱਟ ਜਾਂਦਾ ਹੈ। ਇਹ ਦੋਸਤੀ, ਇਹ ਮਿੱਤਰਤਾ, ਇਹ ਮੇਲ ਜੋਲ ਆਖਿਰ ਤੱਕ ਨਹੀਂ ਨਿਭਦਾ। ਫਿਰ ਕਹਿਣ ਲੱਗੇ ਮਹਾਰਾਜ, ਹਰ ਜਨ ਕੀ ਸੇਵਾ ਜੋ ਕਰੇ ਇਤ ਉਤੈ ਛੁਟੈ। ਹਰੀ ਦੇ ਭਗਤ ਦੀ ਸੇਵਾ ਜੋ ਵੀ ਮਨੁੱਖ ਕਰਦਾ ਹੈ, ਉਹ ਇਸ ਲੋਕ ਅਤੇ ਪਰਲੋਕ ਦੇ ਵਿੱਚ ਇਹਨਾਂ ਝਗੜਿਆਂ ਤੋਂ, ਵਿਖੇੜਿਆਂ ਤੋਂ ਉਹ ਬਚ ਜਾਂਦਾ ਹੈ, ਇਹਨਾਂ ਜੰਜਾਲਾਂ ਤੋਂ ਬਚ ਜਾਂਦਾ ਹੈ। ਫਿਰ ਕਹਿੰਦੇ ਸਭ ਕੁਝ ਤੁਮ ਹੀ ਤੇ ਹੋਆ। ਹੁਣ ਆਖਿਆ ਕਿ ਪਰ ਹੇ ਪ੍ਰਭੂ, ਅਸਾਂ ਜੀਵਾਂ ਦੇ ਵੀ ਕੀ ਵਸ ਹੈ। ਸਭ ਕੁਝ ਤੁਮ ਹੀ ਤੇ ਹੋਆ। ਜੋ ਸੰਸਾਰ ਦੇ ਵਿੱਚ ਹੋ ਰਿਹਾ ਹੈ, ਇਹ ਸਭ ਤੁਹਾਡੇ ਪਾਸੋਂ ਹੋ ਰਿਹਾ, ਸਭ ਕੁਝ ਤੁਸੀਂ ਕਰਨ ਵਾਲੇ ਹੋ, ਅਤੇ ਆਪ ਬਣਤ ਬਣਾਈ, ਆਪ ਹੀ ਤੁਸੀਂ ਇਹ ਸਾਰੀ ਸੰਸਾਰ ਦੀ ਬਣਤਰ ਬਣਾਈ ਹੈ। ਆਓ ਕਿ ਅਸਾਂ ਜੀਵਾਂ ਦੇ ਵਸ ਵਿੱਚ ਵੀ ਕੀ ਹੈ, ਹੇ ਪ੍ਰਭੂ, ਇਹ ਸਭ ਕੁਝ ਤੂੰ ਹੀ ਕਰ ਰਿਹਾ ਹੈ, ਆਪ ਹੀ ਤੂੰ ਇਹ ਸਾਰੀ ਬਣਤ ਬਣਾਈ ਹੈ। ਫਿਰ ਆਖਣ ਲੱਗੇ ਮਹਾਰਾਜ, ਦਰਸ਼ਨ ਭੇਟਤ ਸਾਧਕਾ ਨਾਨਕ ਗੁਣ ਗਾਈ। ਆਖਣ ਲੱਗੇ, ਹੇ ਨਾਨਕ ਆਖ, ਹੇ ਪ੍ਰਭੂ, ਕਹਿੰਦੇ ਮੈਂ ਗੁਰੂ ਦਾ ਦਰਸ਼ਨ ਕਰਕੇ ਔਰ ਸਾਧ ਸੰਗਤ ਦੇ ਵਿੱਚ ਮਿਲ ਕੇ, ਹੇ ਪ੍ਰਭੂ ਤੇਰੀ ਸਿਫਤ ਸਲਾਹ ਕਰਾਂ, ਤੇਰੀ ਵਡਿਆਈ ਕਰਾਂ, ਤੇਰੇ ਗੁਣ ਗਾਉਂਦਾ ਰਹਾਂ। ਐਸੀ ਕਿਰਪਾ ਕਰ ਕਿ ਮੈਂ ਤੇਰੀ ਵਡਿਆਈ ਕਰ ਸਕਾਂ, ਗੁਰੂ ਦਾ ਦਰਸ਼ਨ ਕਰਕੇ ਮੈਂ ਤੇਰੀ ਸਿਫਤੋ ਸਲਾਹ ਕਰ ਸਕਾਂ, ਤੇਰੇ ਗੁਣ ਗਾਉਂਦਾ ਰਹਾਂ। ਐਸੀ ਕਿਰਪਾ ਮੇਰੇ ਉੱਤੇ ਕਰ। ਆਓ ਕਿ ਚੰਗੇ ਮਨੁੱਖਾਂ ਦੀ ਸਾਧ ਸੰਗਤ ਤਾਂ ਮੈਨੂੰ ਬਖਸ਼, ਪਰ ਜਿਹੜੇ ਮਾੜੇ ਮਨੁੱਖ ਨੇ, ਹੇ ਪ੍ਰਭੂ ਤੂੰ ਆਪ ਹੀ ਕਿਰਪਾ ਕਰ, ਮੈਨੂੰ ਉਸ ਤੋਂ ਬਚਾ। ਵੈਸੇ ਇਹ ਸਾਰੀ ਬਣਤਰ, ਹੇ ਮਾਲਕ ਪ੍ਰਭੂ ਤੂੰ ਆਪ ਹੀ ਬਣਾਈ ਹੈ,
ਸਾਗਤ ਵੀ ਤੂੰ ਆਪ ਪੈਦਾ ਕੀਤੇ ਨੇ ਤੇ ਭਗਤ ਵੀ ਤੂੰ ਆਪ ਪੈਦਾ ਕੀਤੇ ਨੇ। ਇਹ ਸਾਰੀ ਖੇਡ ਤੇਰੇ ਹੱਥ ਵਿੱਚ ਹੀ ਹੈ। ਇਸ ਕਰਕੇ ਮੇਰੇ ਉੱਤੇ ਕਿਰਪਾ ਕਰ कि मैं गुरु का दर्शन करके, गुरु की संगत करके मैं तेरे गुण गाता रहां। ये दात आपां भी मंगीए भी दाता साडे उत्ते भी कृपा करो कि असी भी तेरी संगत विच रह के तेरी वडियाई करिए। संसार दियां पदवियां, संसार दियां वस्तुआं, राज पाठ, हुकूमत, जमीनी दी मालकियत, इन्हां सारियां दे जो अंदर लालच चलते हैं, महाराज साडे उत्ते कृपा करो, असी त्याग दईए। जिस दिन गुरु की कृपा नाल इन्हां नूं त्याग के आपां गुरमुखां भगतां रब दे प्यारियां दी संगत करांगे, गुरु ग्रंथ साहिब जी की संगत करांगे। उस संगत की बरकत के नाल प्रभु नूं मिल सकांगे। उसकी सिफत सलाह हिरदे विच चलनी आरंभ हो जाएगी, उसकी वडियाई जीवन विच कायम हो जाएगी। और समझ लेना जिस दिन परमात्मा की वडियाई इस हिरदे विच आरंभ हो गई चलनी, उस दिन ये मनुखा जीवन सफल हो जाएगा। सो इतने बचन मुख वाग दे राही प्रवान। आओ लड़ीवार विचार नाल जुड़ते हाँ, प्यार नाल गुरफतेह दी सांध करो। आखो